ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ। ਜੇ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਝ ਸਵਾਰੈ ਕਾਗ। ਇਸ ਤਨ ਧਨ ਕੋ ਕਿਆ ਗਰਵਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ। ਇਸ ਤਨ ਧਨ ਕੋ ਕਿਆ ਗਰਵਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ। ਰਹਾਉ ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਂਗੇ ਤੇਰੇ। ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਂਗੇ ਤੇਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਾਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਆਓ ਗੁਰੂ ਪਿਆਰਿਓ, ਗੁਰੂ ਸਵਾਰਿਓ, ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕਬੀਰ ਜੀ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 330। ਆਓ ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਬੀਰ ਜੀ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਸਾਡੇ ਸਨਮੁਖ ਬੜੀ ਕੀਮਤੀ ਵਿਚਾਰ ਰੱਖ ਰਹੇ ਨੇ। ਕਬੀਰ ਜੀ ਕਹਿ ਰਹੇ ਨੇ, ਇਸ ਤਨ ਧਨ ਕੋ ਕਿਆ ਗਰਵਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ। ਰਹਾਉ ਬਾਬਾ ਕਬੀਰ ਜੀ ਸ਼ਬਦ ਅੰਦਰ ਇੱਕ ਤਾਂ ਸਰੀਰ ਦੀ ਗੱਲ ਕਰਦੇ ਨੇ ਤਨ, ਇੱਕ ਧਨ ਦੀ ਗੱਲ ਕਰਦੇ ਨੇ ਪੈਸੇ ਦੀ ਗੱਲ। ਗਰਵਈਆ ਦਾ ਅਰਥ ਹੈ ਜੀ ਗਰਭ ਦੇ ਵਿੱਚ ਆ ਜਾਣਾ, ਹੰਕਾਰ ਦੇ ਵਿੱਚ ਆ ਜਾਣਾ। ਦੁਨੀਆ ਦੇ ਅੰਦਰ, ਸੰਸਾਰ ਅੰਦਰ ਐਸੇ ਲੋਕ ਵੀ ਹੁੰਦੇ ਨੇ ਜਿਹੜੇ ਸਰੀਰ ਦਾ ਮਾਣ ਕਰਦੇ ਨੇ। ਤੁਸੀਂ ਝਾਤ ਮਾਰ ਕੇ ਵੇਖੋ, ਸਰੀਰ ਇੱਕੋ ਜਿਹਾ ਨਹੀਂ ਰਹਿੰਦਾ। ਬਚਪਨ ਵਿੱਚ ਸਰੀਰ ਕੁਝ ਹੋਰ ਹੁੰਦਾ ਹੈ, ਜਵਾਨੀ ਵਿੱਚ ਸਰੀਰ ਦਾ ਆਕਾਰ ਕੁਝ ਹੋਰ ਹੁੰਦਾ ਹੈ, ਬੁਢਾਪੇ ਦੇ ਵਿੱਚ ਸਰੀਰ ਦਾ ਆਕਾਰ ਕੁਝ ਹੋਰ ਬਣ ਜਾਂਦਾ ਹੈ। ਸਤਿਗੁਰੂ ਮਹਾਰਾਜ ਦੀ ਜਦੋਂ ਮੁਬਾਰਕ ਬਾਣੀ ਪੜ੍ਹਦੇ ਹਾਂ, ਬਾਣੀ ਦੇ ਅੰਦਰ ਜੀ ਬੜੇ ਸੋਹਣੇ ਫੈਸਲੇ ਮਹਾਰਾਜ ਨੇ ਸਾਡੇ ਸਨਮੁਖ ਰੱਖੇ। ਮਹਾਰਾਜ ਕਹਿੰਦੇ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਧਨ ਦਾ ਅਰਥ ਕੀ ਹੁੰਦਾ ਜੀ? ਪੈਸਾ। ਫੁੱਲੜਾ ਦਾ ਅਰਥ ਹੁੰਦਾ ਫੁੱਲ। ਜੋਬਨ ਦਾ ਅਰਥ ਹੁੰਦਾ ਜਵਾਨੀ। ਮਹਾਰਾਜ ਕਹਿੰਦੇ, ਇਹ ਧਾਨਾਂ ਨਾਲ ਜਿਹੜਾ ਪੈਸਾ ਤੇਰੇ ਕੋਲ 4 ਦਿਨਾਂ ਦਾ ਮਹਿਮਾਨ ਹੈ, ਇਹਦਾ ਕਾਹਦਾ ਹੰਕਾਰ ਕਰੀਦਾ? ਸਤਿਗੁਰੂ ਮਹਾਰਾਜ ਕਹਿੰਦੇ, ਪੈਸੇ ਦਾ ਕਾਹਦਾ ਹੰਕਾਰ ਅੱਜ ਤੇਰੇ ਕੋਲ ਹੈ, ਕੱਲ ਨੂੰ ਪਤਾ ਨਹੀਂ ਹੋਵੇਗਾ, ਨਹੀਂ ਹੋਵੇਗਾ। ਪੈਸੇ ਦਾ ਕਾਹਦਾ ਮਾਣ ਕਰਦਾ, ਪੈਸੇ ਦਾ ਹੰਕਾਰ ਕਿਉਂ ਕਰਦਾ? ਜੇ ਤੇਰੇ ਕੋਲ 4 ਪੈਸੇ ਆ ਵੀ ਗਏ, ਤੇਰਾ ਆਰਥਿਕ ਪੱਖ ਵਧੀਆ ਬਣ ਗਿਆ, ਕਬੀਲਦਾਰੀ ਤੇਰੀ ਠੀਕ ਹੋ ਗਈ, ਪਰ ਇਹਦਾ ਹੰਕਾਰ ਥੋੜਾ ਕਰੀਦਾ। ਦੁਨੀਆ ਦੇ ਅੰਦਰ ਇਸ ਤਰ੍ਹਾਂ ਵਾਪਰਦਾ ਜੀ, ਜਦੋਂ 4 ਪੈਸੇ ਆ ਜਾਣ, ਬੰਦਾ ਇੱਕ ਦੂਜੇ ਨਾਲ ਗੱਲਬਾਤ ਹੀ ਨਹੀਂ ਕਰਦਾ। ਬੁਲਾਣਾ ਹੀ ਅਸੀਂ ਇੱਕ ਦੂਜੇ ਨੂੰ ਛੱਡ ਦਿੰਦੇ ਹਾਂ। ਪੈਸੇ ਦਾ ਗਰੂਰ, ਪੈਸੇ ਦਾ ਮਾਣ। ਮੈਂ ਇਹ ਨਹੀਂ ਕਹਿੰਦਾ ਪੈਸਾ ਨਾ ਹੋਵੇ, ਪੈਸਾ ਕਿੰਨਾ ਮਰਜ਼ੀ ਕਮਾਓ, ਕਿੰਨਾ ਮਰਜ਼ੀ ਜੋੜੋ, ਪੈਸਾ ਹੋਣਾ ਜ਼ਰੂਰੀ ਹੈ। ਆਰਥਿਕ ਪੱਖ ਵਧੀਆ ਹੋਵੇਗਾ, ਜ਼ਿੰਦਗੀ ਖੁਸ਼ਹਾਲ ਅਸੀਂ ਜੀ ਸਕਦੇ ਹਾਂ। ਕਬੀਰ ਜੀ ਇੱਥੇ ਗੱਲ ਕਰਦੇ ਨੇ ਹੰਕਾਰ ਦੀ। ਆ ਜਿਹੜਾ ਤੂੰ ਹੰਕਾਰ ਕਰਕੇ ਬਹਿ ਗਿਆ ਨਾ, ਹੰਕਾਰ ਮਾਨ ਕਰਕੇ ਬਹਿ ਗਿਆ,
ਇਹ ਬੇਕਾਰ ਹੈ, ਵਿਅਰਥ ਹੈ। ਮਹਾਰਾਜ ਕਹਿੰਦੇ 4 ਦਿਨ ਨੇ, ਧਨ ਜੋਬਨ ਅਰ ਫੁੱਲੜਾ। ਜੋਬਨ ਦਾ ਅਰਥ ਹੈ ਜਵਾਨੀ। ਕਈ ਵਾਰ ਬੰਦੇ ਜਵਾਨੀ ਦਾ ਮਾਨ ਵੀ ਕਰਦੇ ਨੇ, ਜਵਾਨੀ ਦਾ ਮਾਨ ਵੀ ਵਿਅਰਥ ਹੈ। ਫੁੱਲੜਾ, ਫੁੱਲ ਦਾ ਅਰਥ ਹੁੰਦਾ ਜੀ ਫੁੱਲ। ਨਾਠੀ ਅੜੇ ਦਿਨ 4, ਨਾਠੀ ਅੜੇ ਸਭ ਭੱਜ ਜਾਣਗੇ। ਨਾ ਜਵਾਨੀ ਰਹਿਣੀ ਹੈ, ਨਾ ਧਨ ਰਹਿਣਾ ਹੈ, ਨਾ ਇਹ ਧਨ ਰਹਿਣਾ ਹੈ, ਕੁਝ ਨਹੀਂ ਰਹਿਣਾ। ਬੰਦਾ ਸਿਰ ਤੇ ਇੱਕ ਭਾਰ ਚੱਕੀ ਫਿਰਦਾ ਹੈ, ਬੰਦਾ ਸਿਰ ਤੇ ਇੱਕ ਵਜਨ ਚੱਕੀ ਫਿਰਦਾ ਹੈ। ਕੋਈ ਬੰਦਾ ਜਾਤ ਪਾਤ ਦਾ ਵਜਨ ਚੱਕੀ ਫਿਰਦਾ ਹੈ, ਕੋਈ ਬੰਦਾ ਪੈਸੇ ਦਾ ਵਜਨ ਚੱਕੀ ਫਿਰਦਾ ਹੈ। ਕਿਉਂਕਿ ਦੁਨੀਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਪਾਂ ਸਾਰੇ ਬੱਚੇ ਹਾਂ। ਭਾਵੇਂ ਕੋਈ ਅਮੀਰ ਆ, ਭਾਵੇਂ ਗਰੀਬ ਆ, ਭਾਵੇਂ ਕੁੱਲੀਆਂ ਵਿੱਚ ਰਹਿਣ ਵਾਲਾ, ਭਾਵੇਂ ਮਹਿਲਾਂ ਵਿੱਚ ਰਹਿਣ ਵਾਲਾ ਹੈ, ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲਦੇ ਨੇ, ਸਾਹ ਨਿਕਲਦੇ ਨੇ, ਜਗ੍ਹਾ ਸਾਰਿਆਂ ਨੂੰ ਇੱਕੋ ਜਿਹੀ ਮਿਲੂਗੀ ਜੀ। ਉਹੀ ਲੱਕੜਾਂ ਨੇ ਸੰਸਕਾਰ ਕਰਨਾ ਹੈ, ਭਾਵੇਂ ਗਰੀਬ ਆ, ਭਾਵੇਂ ਕੋਈ ਅਮੀਰ ਹੈ। ਸਤਿਗੁਰ ਕਬੀਰ ਜੀ ਕਹਿੰਦੇ ਫਿਰ ਹੰਕਾਰ ਕਾਹਦਾ ਕਰਕੇ ਬੈਠੇ ਆ, ਮਾਨ ਕਾਹਦਾ ਕਰਕੇ ਬੈਠੇ ਆ। ਕਬੀਰ ਜੀ ਨੂੰ, ਬਾਬਾ ਕਬੀਰ ਜੀ ਦੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਇਹਨਾਂ ਨੂੰ ਮਿਲਦੇ ਸੀ। ਕਦੇ ਵਿਪਰ ਆ ਕੇ ਬਹਿ ਜਾਂਦਾ ਸੀ, ਕਦੇ ਜਾਤ ਅਭਿਮਾਨੀ ਲੋਕ ਆ ਕੇ ਸਾਹਮਣੇ ਟੇਚਣਾ ਕਰਦੇ ਸੀ। ਸਤਿਗੁਰ ਕਬੀਰ ਜੀ ਦੀ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਸੀ। ਮਹਾਰਾਜ ਕਬੀਰ ਜੀ ਹੀ ਕਹਿੰਦੇ ਸੀ ਵੀ ਮਾਨ ਕਾਹਤੇ ਕਰਦਾ ਹੈ, ਸਭ ਵਿਅਰਥ ਹੈ ਭਾਈ। ਤੂੰ ਵੀ ਪ੍ਰਮਾਤਮਾ ਦਾ ਸਾਜਿਆ, ਮੈਂ ਵੀ ਪ੍ਰਮਾਤਮਾ ਦਾ ਸਾਜਿਆ। ਠੀਕ ਹੈ ਤੇਰੇ ਘਰ ਪੈਸਾ ਵੱਧ ਹੈ, ਮੇਰੇ ਘਰ ਪੈਸਾ ਹੈ ਨਹੀਂ ਹੈ। ਇਹਦੇ ਨਾਲ ਬੰਦਾ ਥੋੜਾ ਨੀਚ ਹੋ ਗਿਆ, ਬੰਦਾ ਥੋੜਾ ਮਾੜਾ ਹੋ ਗਿਆ। ਸਾਡੀ ਫਿਦਰਤ ਗਾਤਰੇ ਕੁਰਬਾਨਾਂ ਅਸੀਂ ਪਾਲੀਆਂ, ਖੰਡੇ ਬਾਟੇ ਦੀ ਪਹੁ ਲੈ ਲਈ, ਸਾਡੇ ਅੰਦਰੋਂ ਕੋੜ ਹਾਲੇ ਤੱਕ ਨਿਕਲਦਾ ਨਹੀਂ। ਦਿਮਾਗ ਅੰਦਰ ਇਹ ਕੀੜੇ ਹਾਲੇ ਵੀ ਵੜ ਕੇ ਬੈਠੇ ਨੇ, ਵੱਡੇ ਛੋਟੇ ਵਾਲੇ, ਉੱਚੇ ਨੀਵੇਂ ਵਾਲੇ। ਗੁਰਦੁਆਰਿਆਂ ਅੰਦਰ ਵੀ ਇਹ ਵਿਤਕਰੇ ਕਈ ਵਾਰ ਵਾਪਰਦੇ ਨੇ, ਕੀਤੇ ਜਾਂਦੇ ਨੇ। ਅਸਲ ਮੂਲ ਜੋ ਗੁਰਬਾਣੀ ਦਾ ਸਿਧਾਂਤ ਹੈ ਅਸੀਂ ਭੁਲਾ ਕੇ ਬੈਠੇ ਹਾਂ। ਸਤਿਗੁਰੂ ਮਹਾਰਾਜ ਇਹੀ ਗੱਲ ਇੱਥੇ ਕਹਿ ਰਹੇ ਨੇ, ਇਸ ਧਨ ਕੋ ਕਿਆ ਗਰਵਈਆ। ਮਹਾਰਾਜ ਕਹਿੰਦੇ ਕਾਹਦਾ ਹੰਕਾਰ, ਨਾ ਪੈਸੇ ਦਾ ਹੰਕਾਰ ਕਰ, ਨਾ ਸਰੀਰ ਦਾ ਹੰਕਾਰ ਕਰ। ਰਾਮ ਨਾਮ ਕਾਹੇ ਨਾ ਦ੍ਰਿੜਈਆ। ਹੇ ਭਾਈ, ਉਸ ਰੱਬ ਦਾ, ਉਸ ਪਰਮਾਤਮਾ ਦਾ, ਉਸ ਵਾਹਿਗੁਰੂ ਦਾ ਨਾਮ ਦ੍ਰਿੜ ਕਿਉਂ ਨਹੀਂ ਕਰਦਾ, ਪੱਕਾ ਕਿਉਂ ਨਹੀਂ ਕਰਦਾ, ਜ਼ਿੰਦਗੀ ਵਿੱਚ ਬਸੌਰਾਂ ਕਿਉਂ ਨਹੀਂ ਆ, ਆਪਣੇ ਜੀਵਨ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਲੈ ਕੇ ਕਿਉਂ ਨਹੀਂ ਆਉਂਦਾ, ਆਪਣੇ ਜੀਵਨ ਵਿੱਚ, ਆਪਣੇ ਕਿਰਦਾਰ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਲੈ ਕੇ ਆ। ਸਤਿਗੁਰੂ ਮਹਾਰਾਜ ਅੱਗੇ ਜੋ ਆਪਾਂ ਨੂੰ ਬਚਨ ਕਰ ਰਹੇ ਨੇ, ਬਾਬਾ ਕਬੀਰ ਜੀ ਅੱਗੇ ਬਚਨ ਕਰਦੇ ਨੇ ਜੀ। ਪਾਤਸ਼ਾਹ ਜੀ ਕਹਿੰਦੇ, ਜਿਹੇ ਸਿਰ ਰਚ ਰਚ ਬੰਦਤ ਪਾਗ, ਸੋ ਸਿਰ ਚੁੰਝ ਸਵਾਰੈ ਕਾਗ। ਇਹਨੂੰ ਧਿਆਨ ਨਾਲ ਸਮਝਿਓ। ਸਤਿਗੁਰੂ ਮਹਾਰਾਜ ਜੀ ਨੇ, ਕਬੀਰ ਜੀ ਨੇ ਇੱਕ ਪ੍ਰਤੀਕ ਵਰਤਿਆ, ਅਲੰਕਾਰ ਵਰਤਿਆ। ਇੱਥੇ ਕਾਂ ਦੀ ਗੱਲ ਕੀਤੀ ਹੈ ਮਹਾਰਾਜ ਨੇ, ਮਨੁੱਖ ਦੀ ਗੱਲ ਕੀਤੀ। ਮਹਾਰਾਜ ਕਹਿੰਦੇ ਜਿਹੜੇ ਸਿਰ ਉੱਤੇ ਤੂੰ ਸੋਹਣੀ ਦਸਤਾਰ ਸਜਾਉਣਾ, ਪੱਗ ਬੰਨ੍ਹਦਾ, ਸਵਾਰ ਸਵਾਰ ਕੇ ਪੱਗ ਚਿਣ ਚਿਣ ਕੇ ਬੰਨ੍ਹਦਾ, ਮੌਤ ਆਉਣ ਤੇ ਉਹ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸਵਾਰਦੇ ਨੇ। ਮਹਾਰਾਜ ਕਹਿੰਦੇ ਜਿਹਦਾ ਮਾਨ ਕਰਦਾ ਸੀ, ਜਿਹਦਾ ਹੰਕਾਰ ਕਰਦਾ ਸੀ, ਮੇਰਾ ਸਰੀਰ, ਮੇਰਾ ਪੈਸਾ, ਮੇਰੇ ਪਦਾਰਥ, ਮੇਰੇ ਆ ਵੀ ਹੈ, ਮੇਰਾ ਆ ਵੀ ਹੈ। ਸਤਿਗੁਰੂ ਕਬੀਰ ਜੀ ਕਹਿੰਦੇ ਜਦੋਂ ਸਾਹ ਨਿਕਲਦੇ ਨੇ ਨਾ, ਪ੍ਰਾਣ ਨਿਕਲਦੇ ਨੇ, ਬੰਦਿਆ ਜਿਹਦਾ ਮਾਨ ਕਰਕੇ ਬਹਿੰਦਾ ਸੀ, ਅੱਜ ਉਹ ਸਰੀਰ ਤੇ ਨਾ ਕਾਂ ਬਹਿ ਗਿਆ। ਤੁਸੀਂ ਵੇਖਿਓ ਕਦੇ ਪ੍ਰਤਿਆਕੇ ਜੀ, ਜਦੋਂ ਸਾਡੇ ਅੰਦਰ ਸਾਹ ਚੱਲ ਰਹੇ ਨੇ, ਅਸੀਂ ਤੁਰੇ ਫਿਰਦੇ ਹਾਂ, ਕਾਂ ਤਾਂ ਉਦੋਂ ਵੀ ਅਸੀਂ ਵਹਿੰਦੇ ਹਾਂ, ਪਰ ਉਦੋਂ ਕਾਂ ਸਾਡੇ ਕੋਲ ਨਹੀਂ ਆਉਂਦਾ। ਪਤਾ ਹੈ ਵੀ ਬੰਦਾ ਮਾਰੇਗਾ ਵੀ ਹੈ, ਇਹਦੇ ਸਾਹ ਚੱਲਦੇ ਨੇ। ਤਜਰਬਾ ਕਰਕੇ ਆਪਾਂ ਬਹੁਤ ਵਾਰ ਜ਼ਿੰਦਗੀ ਅੰਦਰ ਵਹਿੰਦੇ ਹਾਂ, ਜਦੋਂ ਸਾਹ ਨਿਕਲ ਜਾਂਦੇ ਨੇ, ਸਰੀਰ ਲਾਸ਼ ਬਣ ਜਾਂਦਾ ਹੈ, ਸਰੀਰ ਬਿਲਕੁਲ ਡੈੱਡ ਹੋ ਜਾਂਦਾ ਹੈ।
ਫਿਰ ਕਾਂ ਵੀ ਆ ਕੇ ਬਹਿੰਦੀਆਂ ਨੇ। ਸਤਿਗੁਰੂ ਮਹਾਰਾਜ ਨੇ ਇੱਕ ਪ੍ਰਤੀਕ ਵਰਤਿਆ ਬਾਣੀ ਵਿੱਚ। ਮਹਾਰਾਜ ਕਹਿੰਦੇ ਜਿੱਥੈ ਡਿੱਠਾ ਮਿਰਤ ਕੋ ਇੱਲ ਬੈਠੀ ਆਏ, ਫਿਰ ਇੱਲਾਂ ਆ ਕੇ ਬਹਿੰਦੀਆਂ ਨੇ, ਗਿਰਜਾਂ ਦੀਆਂ ਡਾਰਾਂ ਆ ਕੇ ਬਹਿ ਜਾਂਦੀਆਂ ਨੇ। ਇੱਲ ਵੀ ਆ ਗਈ, ਕਾਂ ਵੀ ਆ ਗਿਆ। ਕਦੋਂ? ਜਦੋਂ ਸਾਹ ਨਿਕਲ ਗਏ। ਸਤਿਗੁਰੂ ਕਬੀਰ ਜੀ ਇਹੀ ਗੱਲ ਕਹਿ ਰਹੇ ਨੇ, ਜਿਹਦਾ ਮਾਨ ਕਰਦਾ ਸੀ ਨਾ ਬਹੁਤ ਜ਼ਿਆਦਾ, ਧਨ ਦਾ ਮਾਨ ਕਰਦਾ ਸੀ, ਜ਼ਮੀਨ ਦਾ ਮਾਨ ਕਰਦਾ ਸੀ, ਪਦਾਰਥਾਂ ਦਾ ਮਾਨ ਕਰਦਾ ਸੀ, ਆ ਮਾਨ ਕਰਨ ਵਾਲੇ ਬੰਦੇ ਦੀ ਕਬੀਰ ਜੀ ਕਹਿੰਦੇ ਹਾਲਤ ਵੇਖ ਲਓ। ਆ ਵੇਖੋ, ਰਚ ਰਚ ਕੇ, ਚਿਣ ਚਿਣ ਕੇ, ਸਵਾਰ ਸਵਾਰ ਕੇ ਬੰਨ੍ਹਦਾ ਸੀ ਪੱਗ। ਜਿਹੜੇ ਸੀਸ ਉੱਤੇ ਪੱਗ ਬੰਨ੍ਹਦਾ ਸੀ ਸਵਾਰ ਸਵਾਰ ਕੇ, ਜਦੋਂ ਮੌਤ ਆਉਂਦੀ ਆ ਨਾ, ਮੌਤ ਦੇ ਨਾਲ ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸਵਾਰਦੇ ਨੇ। ਪਹਿਲਾਂ ਮਨੁੱਖ ਸਵਾਰਦਾ ਸੀ, ਮੌਤ ਆ ਗਈ, ਹੁਣ ਕਾਂ ਬਹਿ ਗਿਆ ਕਿ ਕਾਂ ਸਵਾਰਦਾ ਹੈ। ਜਿਹੜਾ ਆਪਾਂ ਬਚਨ ਪੜ੍ਹਿਆ ਸੀ, ਦੁਬਾਰਾ ਫਿਰ ਮੈਂ ਪੜ੍ਹ ਦਿੰਦਾ ਜੀ। ਜਿਹੇ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਝ ਸਵਾਰੈ ਕਾਗ। ਕਾਗ ਦਾ ਅਰਥ ਹੁੰਦਾ ਕਾਂ। ਅੱਗੇ ਰਹਾਉ ਵਾਲਾ ਬੰਦ ਆਪਾਂ ਵਿਚਾਰ ਚੁੱਕੇ ਹਾਂ। ਮਹਾਰਾਜ ਕਹਿੰਦੇ ਕਹਿਤ ਕਬੀਰ ਸੁਨੋ ਮੇਰੇ, ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਂਗੇ ਤੇਰੇ। ਕਬੀਰ ਜੀ ਨੇ ਅੱਗੇ ਸਾਡੇ ਸਨਮੁਖ ਗੱਲ ਰੱਖੀ। ਕਬੀਰ ਜੀ ਕਹਿੰਦੇ ਹੇ ਮੇਰੇ ਮਨ ਸੁਣ, ਜਦੋਂ ਮੌਤ ਆਉਣ ਤੇ ਤੇਰੇ ਨਾਲ ਵੀ ਇਹੋ ਜਿਹਾ ਸਲੂਕ ਹੋਵੇਗਾ। ਸਤਿਗੁਰੂ ਕਬੀਰ ਜੀ ਕਹਿੰਦੇ ਜਿਹੜਾ ਸਲੂਕ ਉੱਪਰ ਪੜ੍ਹ ਕੇ ਆਏ ਆ, ਜਿਹੜੀ ਵਿਚਾਰ ਉੱਪਰ ਪੜ੍ਹ ਕੇ ਆਏ ਆ, ਸਾਹ ਨਿਕਲ ਗਏ, ਕਾਂ ਕੇ ਵਹਿ ਗਿਆ, ਮਾਨ ਕਾਹਦਾ ਕਰਦਾ? ਜੇ ਜ਼ਿੰਦਗੀ ਅੰਦਰ ਤੂੰ ਤਬਦੀਲੀ ਲੈ ਕੇ ਨਹੀਂ ਆਉਂਦਾ ਨਾ, ਹੰਕਾਰੀ ਬਿਰਤੀ ਨੂੰ ਤਿਆਗਦਾ ਨਹੀਂ, ਹਾਲਤ ਤੇਰੀ ਵੀ ਇਸ ਤਰ੍ਹਾਂ ਦੀ ਹੋਣੀ ਹੈ। ਇਹ ਬੰਦਿਆ, ਜਿਹੜਾ ਬੰਦਾ ਹੰਕਾਰ ਕਰਕੇ ਬੈਠਿਆ ਜੀ, ਕਾਸੇ ਦਾ ਵੀ ਹੰਕਾਰ ਲਾ ਲਓ, ਉਸ ਬੰਦੇ ਦੀ ਹਾਲਤ ਇਸ ਤਰ੍ਹਾਂ ਦੀ ਹੈ। ਕਬੀਰ ਜੀ ਇਸ ਸ਼ਬਦ ਦਾ ਨਿਚੋੜ ਜਿਹੜਾ ਦੇ ਰਹੇ ਨੇ, ਸ਼ਬਦ ਦਾ ਭਾਵ ਸਮਝਾ ਰਹੇ ਨੇ। ਇਸ ਧਨ ਦਾ ਜਾਂ ਸਰੀਰ ਦਾ ਮਾਣ ਕਰਨਾ ਬੇਸਮਝੀ ਹੈ। ਚੇਤੇ ਕਰਿਓ, ਪੈਸੇ ਦਾ ਮਾਣ ਤੇ ਸਰੀਰ ਦਾ ਮਾਣ ਇਹ ਬੇਸਮਝ ਮਨੁੱਖ ਕਰਦਾ, ਜਿਹਨੂੰ ਸਮਝ ਨਹੀਂ ਹੈ। ਇੱਕ ਸ਼ਬਦ ਆਪਾਂ ਹੋਰ ਜੋੜ ਦਈਏ, ਬੰਦਾ ਕਈ ਵਾਰ ਕੁਲ ਦਾ ਮਾਣ ਵੀ ਕਰਦਾ ਹੈ, ਜਾਤ ਦਾ ਮਾਣ ਵੀ ਕਰਦਾ ਹੈ। ਜੇ ਸਾਡੇ ਅੰਦਰ ਇਨਸਾਨੀਅਤ ਜਾਗ ਪਵੇ ਨਾ, ਬੰਦਾ ਬੰਦੇ ਨੂੰ ਬੰਦਾ ਸਮਝਣ ਲੱਗ ਜਾਵੇ। ਇਹ ਵੀ ਇਨਸਾਨ ਆ, ਇਹਦੇ ਅੰਦਰ ਵੀ ਸਾਹ ਚੱਲਦੇ ਨੇ। ਕੋਈ ਗੱਲ ਨਹੀਂ, ਮੈਂ ਮਹਿਲਾਂ ਵਿੱਚ ਰਹਿੰਦਾ, ਇਹ ਕੁੱਲੀਆਂ ਵਿੱਚ ਰਹਿੰਦਾ, ਪਰ ਹੈ ਤਾਂ ਇਨਸਾਨ ਆ ਨਾ। ਰੋਟੀ ਉਹ ਖਾਂਦਾ, ਰੋਟੀ ਮੈਂ ਖਾਂਦਾ, ਕੱਪੜਾ ਉਹ ਪਹਿਨਦਾ, ਕੱਪੜਾ ਮੈਂ ਪਹਿਨਦਾ। ਠੀਕ ਹੈ, ਇੱਕ ਆ ਸਿਰ ਤੇ ਸਾਡੇ ਜਿਹੜਾ ਭੂਤ ਸਵਾਰ ਹੋ ਗਿਆ ਵੀ ਇਹ ਗਰੀਬ ਨਿਮਾਣੇ ਘਰ ਚੋਂ ਆ, ਮਾੜੇ ਘਰ ਚੋਂ ਮੈਂ ਉੱਚੇ ਕਰਦਾ। ਇਹਦੇ ਅੰਦਰ ਬੰਦੇ ਦਾ ਥੋੜ੍ਹਾ ਕਸੂਰ ਹੈ ਜੀ। ਇਹ ਤਾਂ ਜਿਹੋ ਜਿਹੀ ਵਿਧ ਬਣ ਗਈ, ਬੰਦਾ ਜਿੱਥੇ ਪੈਦਾ ਹੋ ਗਿਆ, ਠੀਕ ਹੈ। ਸਤਿਗੁਰੂ ਕਬੀਰ ਜੀ ਬਾਰ-ਬਾਰ ਬੰਦੇ ਨੂੰ ਸੁਚੇਤ ਕਿਉਂ ਕਰਦੇ ਨੇ? ਕਿਉਂਕਿ ਕਬੀਰ ਜੀ ਨਾਲ, ਮੈਂ ਕਬੀਰ ਦੇ ਸ਼ਬਦਾਂ ਵਿੱਚੋਂ ਸ਼ਬਦ ਜਾਤ-ਪਾਤ ਦੇ ਸ਼ਬਦ ਕਿਉਂ ਬੋਲੇ ਜਾਂਦੇ ਨੇ? ਕਬੀਰ ਜੀ ਨਾਲ ਆਪਣੇ ਸਮੇਂ ਵਿੱਚ ਬਹੁਤ ਜ਼ਿਆਦਾ ਧੱਕਾ ਹੋਇਆ। ਕਾਹਦੇ ਆਧਾਰ ਤੇ? ਜਾਤ ਦੇ ਆਧਾਰ ਤੇ। ਭਗਤ ਸੈਣ ਦੀ ਬਾਣੀ ਪੜ੍ਹ ਕੇ ਵੇਖ ਲਓ, ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹ ਕੇ ਵੇਖ ਲਓ, ਇਹਨਾਂ ਨੇ ਸ਼ਬਦ ਕਿਉਂ ਵਰਤੇ ਹੋਏ ਨੇ ਆਪਣੀ ਬਾਣੀ ਵਿੱਚ? ਕਿਉਂਕਿ ਉਸ ਵਕਤ ਵੀ ਕੜਾਮ ਚੌਧਰੀ ਰਹਿੰਦੇ ਸੀ, ਅੱਜ ਵੀ ਬਹੁਤ ਕੜਾਮ ਚੌਧਰੀ ਨੇ। ਇਹਨਾਂ ਮਹਾਂਪੁਰਖਾਂ ਨਾਲ, ਇਹਨਾਂ ਰੱਬ ਦੇ ਪਿਆਰਿਆਂ ਨਾਲ ਜਾਤ ਦੇ ਆਧਾਰ ਤੇ ਬਹੁਤ ਵੱਡੇ ਵੱਡੇ ਵਖਰੇਵੇਂ ਵੀ ਹੋਏ ਨੇ, ਧੱਕੇ ਵੀ ਹੋਏ ਨੇ। ਪਰ ਇਹਨਾਂ ਮਹਾਂਪੁਰਖਾਂ ਨੇ, ਕ੍ਰਾਂਤੀਕਾਰੀ ਯੋਧਿਆਂ ਨੇ ਇਹਨਾਂ ਲੋਕਾਂ ਦੀ ਪਰਵਾਹ ਨਹੀਂ ਕੀਤੀ। ਇਹ ਆਪਣਾ ਕਾਰਜ, ਆਪਣਾ ਕੰਮ ਨਿਰੰਤਰ ਕਰਦੇ ਰਹੇ। ਹਿੱਕ ਥਾਪੜ ਕੇ ਕਹਿੰਦੇ ਰਹੇ ਵਿਪਰ ਨੂੰ, ਪੁਜਾਰੀ ਨੂੰ, ਜੇ ਤੇਰੇ ਅੰਦਰ ਜ਼ਰੂਰਤ ਆ ਸਾਹਮਣੇ ਬਹਿ ਗੱਲ ਕਰ, ਪਿੱਠ ਪਿੱਛੇ ਤਾਂ ਗੱਲਾਂ ਹਰ ਕੋਈ ਕਰਦਾ।
ਦਲੀਲ ਦੇ ਨਾਲ ਗੱਲ ਕਰ। ਕਬੀਰ ਜੀ ਗੱਲ ਕਹਿੰਦੇ ਰਹੇ ਨੇ, ਇਹ ਸੀ ਜਿਹੜੇ ਲੜੀਵਾਰ ਗੌੜੀ ਗੁਆਰੇਰੀ ਕੇ ਪਦੇ 35। ਇੱਥੇ ਟੋਟਲ ਸ਼ਬਦਾਂ ਦਾ ਜਿਹੜਾ ਜੋੜ ਬਣਦਾ ਜੀ 35 ਸ਼ਬਦ ਆਪਾਂ ਕਬੀਰ ਜੀ ਦੀ ਬਾਣੀ ਵਿੱਚੋਂ ਵਿਚਾਰ ਚੁੱਕੇ ਹਾਂ। 4 ਬੰਦਾਂ ਵਾਲੇ ਜਿਹੜੇ ਸ਼ਬਦ 14 ਸ਼ਬਦ, 5 ਬੰਦਾਂ ਵਾਲੇ ਜਿਹੜੇ ਆਪਾਂ ਸ਼ਬਦ ਵਿਚਾਰੇ ਨੇ 16 ਤੱਕ, 16 3 ਬੰਦਾਂ ਵਾਲੇ, 2 ਬੰਦਾਂ ਵਾਲੇ, ਟੋਟਲ 35 ਸ਼ਬਦਾਂ ਦੀ ਵਿਚਾਰ ਕਰ ਚੁੱਕੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਗੌੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ, ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਅਸ਼ਟਪਦੀ ਦੀ ਵਿਚਾਰ ਸ਼ੁਰੂ ਕਰਾਂਗੇ। ਗੁਰੂ ਕਿਰਪਾ ਕਰੇ, ਬੇਨਤੀ ਕਰੋ ਪ੍ਰਵਾਨ। ਆਓ ਗੁਰਮੁਖੋ, ਲੜੀਵਾਰ ਜੋ ਇਤਿਹਾਸਕ ਵਿਚਾਰ ਚੱਲ ਰਹੀ ਹੈ, 6ਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਮਹਾਰਾਜ, ਤਿੰਨਾਂ ਦੇ ਜੀਵਨ ਦੇ ਪ੍ਰਥਾਏ ਆਪਾਂ ਰੋਜ਼ਾਨਾ ਵਿਚਾਰ ਕਰਦੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਜਿਹੜੀ ਗੱਲ ਕਰ ਰਹੇ ਸੀ, ਵਿਚਾਰ ਰਹੇ ਸੀ, ਗੁਰੂ ਹਰਗੋਬਿੰਦ ਮਹਾਰਾਜ ਹੁਕਮਨਾਮੇ ਭੇਜਦੇ ਨੇ ਸਿੰਘਾਂ ਨੂੰ, ਸ਼ਾਸਤਰ ਵਾਸਤੇ, ਘੋੜਿਆਂ ਵਾਸਤੇ ਸੁਨੇਹਾ ਦਿੰਦੇ ਨੇ ਵੀ ਭਾਈ ਦਸਵੰਧ ਦੀ ਜਿਹੜੀ ਮਾਇਆ ਹਥਿਆਰਾਂ ਦੇ ਉੱਤੇ ਖਰਚ ਕੀਤੀ ਜਾਵੇ। ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਜੀ ਅਕਾਲ ਤਖਤ ਸਾਹਿਬ, ਸਿੱਖਾਂ ਦਾ ਤਖਤ, ਅਕਾਲ ਤਖਤ। ਅਕਾਲ ਤਖਤ ਬਾਰੇ ਆਪਾਂ ਅੱਜ ਵਿਚਾਰ ਕਰਾਂਗੇ। ਤੁਸੀਂ ਥੋੜਾ ਪਿੱਛੇ ਪੜ੍ਹ ਕੇ ਵਿਚਾਰ ਕੇ ਵੇਖਿਓ। ਤਖਤ ਦਾ ਜਿਹੜਾ ਸੰਬੰਧ ਹੈ, ਤਖਤਾਂ ਤੇ ਤਾਂ ਮਹਾਰਾਜ ਸ਼ੁਰੂ ਤੋਂ ਬਹਿੰਦੇ ਆਏ ਨੇ। ਜੇ ਅਸੀਂ ਮੁਗਲਾਂ ਦੀ ਗੱਲ ਕਰਕੇ ਵੇਖੀਏ, ਰਾਜੇ ਮਹਾਰਾਜਿਆਂ ਦੀ ਗੱਲ ਕਰਕੇ ਵੇਖੀਏ, ਫੌਜਾਂ ਰੱਖਣਾ, ਸ਼ਿਕਾਰ ਖੇਡਣਾ, ਇਹ ਉਸ ਵੇਲੇ ਦੀ ਜਿਹੜੀ ਹਕੂਮਤ ਹੈ ਉਹ ਸਭ ਕੁਝ ਰੱਖਦੀ ਸੀ। ਫੌਜਾਂ ਵੀ ਰੱਖਦੀ ਸੀ, ਸ਼ਿਕਾਰ ਖੇਡਣ ਜਾਂਦੀ ਸੀ। ਹਕੂਮਤ ਨੂੰ ਇੱਕ ਵੰਗਾਰ ਸੀ। ਜਦੋਂ 6ਵੇਂ ਪਾਤਸ਼ਾਹ ਨੇ ਅਕਾਲ ਤਖਤ ਦੀ ਸਾਜਨਾ ਕੀਤੀ, ਕਿਉਂਕਿ ਇਹ ਸਮਝਦੇ ਸੀ ਵੀ ਤਖਤ ਉੱਤੇ ਵੀ ਅਸੀਂ ਬਹਿਣ ਜਾਣਦੇ ਹਾਂ, ਹਕੂਮਤ ਸੀ ਜਿਹੜੀ, ਸ਼ਿਕਾਰ ਖੇਡਣ ਵੀ ਅਸੀਂ ਜਾਣਦੇ ਹਾਂ, ਸਭ ਕੁਝ, ਫੌਜਾਂ ਰੱਖਣੇ ਵੀ ਅਸੀਂ ਜਾਣਦੇ ਹਾਂ, ਘੋੜੇ ਰੱਖਣੇ ਵੀ ਅਸੀਂ ਜਾਣਦੇ ਹਾਂ, ਸ਼ਾਸਤਰ ਵਸਤਰ ਸਭ ਕੁਝ ਅਸੀਂ ਕਰ ਸਕਦੇ ਹਾਂ। ਦੂਜਾ ਹੋਰ ਕੋਈ ਨਹੀਂ ਕਰ ਸਕਦਾ। ਕੇਵਲ ਰਾਜੇ ਮਹਾਰਾਜੇ ਸੀ ਜਿਹੜੇ, ਰਾਜਪੂਤ ਸੀ ਜਿਹੜੇ, ਇਹ ਸਭ ਕੁਝ ਇਸ ਤਰ੍ਹਾਂ ਕਰਦੇ ਸੀ। ਬਾਕੀ ਲੋਕਾਂ ਦੀ ਹਾਲਤ ਬੜੀ ਤਰਸਯੋਗ ਸੀ। ਬਾਕੀ ਲੋਕਾਂ ਦਾ ਜਿਹੜਾ ਜੀਵਨ ਆ ਬਹੁਤ ਨੀਵੇਂ ਪੱਧਰ ਦਾ ਸੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇੱਕ ਵੱਡੀ ਵੰਗਾਰ ਦਿੱਤੀ ਤਖਤ ਦੀ ਜਦੋਂ ਸਾਜਨਾ ਕੀਤੀ। ਅਕਾਲ ਤਖਤ ਦੀ ਸਥਾਪਨਾ ਦਾ ਐਲਾਨ ਕਰਕੇ ਮਹਾਰਾਜ ਨੇ ਤਖਤ ਤੇ ਬੈਠਣ ਦਾ ਅਧਿਕਾਰ, ਜਿਹੜਾ ਮੁਗਲ ਆਪਣੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਤਖਤ ਉੱਤੇ ਬਹਿੰਦੇ ਹਾਂ, ਮਹਾਰਾਜ ਨੇ ਤਖਤ ਸਾਜਿਆ, ਬਣਾਇਆ। ਸਤਿਗੁਰੂ ਮਹਾਰਾਜ ਤਖਤ ਉੱਤੇ ਬਹਿੰਦੇ ਵੀ ਨੇ। ਇਤਿਹਾਸਕਾਰ ਜਿਹੜੇ ਲਿਖਦੇ ਨੇ ਜੀ ਇਸ ਤਖਤ ਬਾਰੇ, ਅਕਾਲ ਤਖਤ ਸਾਹਿਬ ਦੀ ਰਚਨਾ ਬਾਰੇ, ਇਤਿਹਾਸਕਾਰਾਂ ਦਾ ਮਤਭੇਦ ਵੀ ਹੈ, ਵੱਖ-ਵੱਖ ਡੇਟਾਂ ਦਿੰਦੇ ਨੇ। ਇਹ ਕਹਿ ਸਕਦੇ ਹਾਂ ਵੀ ਸਤਿਗੁਰੂ ਮਹਾਰਾਜ ਹਰਗੋਬਿੰਦ ਮਹਾਰਾਜ ਡਰੋਲੀ 1.5 ਸਾਲ ਦਾ ਸਮਾਂ ਬਤੀਤ ਕੀਤਾ। ਉਸ ਤੋਂ ਬਾਅਦ ਦੁਬਾਰਾ ਫਿਰ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਉਂਦੇ ਨੇ ਗੁਰੂ ਹਰਗੋਬਿੰਦ ਮਹਾਰਾਜ 1607 ਦੇ ਕਰੀਬ ਜਾਂ 1608 ਦੇ ਆਰੰਭ ਵਿੱਚ ਕਹਿ ਸਕਦੇ ਹਾਂ ਆਪਾਂ। ਡਰੋਲੀ ਤੋਂ ਸਤਿਗੁਰੂ ਹਰਗੋਬਿੰਦ ਮਹਾਰਾਜ ਦਰਬਾਰ ਸਾਹਿਬ ਆਉਂਦੇ ਨੇ। ਉਹਨਾਂ ਦਾ ਸਭ ਤੋਂ ਵੱਡਾ ਮਹੱਤਵਪੂਰਨ ਜਿਹੜਾ ਕੰਮ ਸੀ, ਅਕਾਲ ਤਖਤ ਦੀ ਉਸਾਰੀ ਦਾ ਕੰਮ ਸੀ। ਦਰਬਾਰ ਸਾਹਿਬ ਬਣ ਕੇ ਤਿਆਰ ਹੋ ਚੁੱਕਾ ਹੈ। 8 ਦੇ ਵਿੱਚ ਮਹਾਰਾਜ ਨੇ ਇਸ ਤਖਤ ਦੀ ਨੀਂਹ ਰੱਖੀ। ਸਾਰੀ ਉਸਾਰੀ ਦਾ ਕੰਮ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਹਾਜ਼ਰ ਨੇ ਦੇਖ ਰੇਖ ਹੋਇਆ। ਉਸਾਰੀ ਦਾ ਕੰਮ ਚੱਲ ਰਿਹਾ ਬਹੁਤ ਵਧੀਆ ਢੰਗ ਨਾਲ। ਸਾਖੀਕਾਰਾਂ ਨੇ, ਇਤਿਹਾਸਕਾਰਾਂ ਨੇ ਬਹੁਤ ਕਹਾਣੀਆਂ ਵੀ ਲਿਖੀਆਂ, ਕੱਚੀਆਂ ਪਿੱਲੀਆਂ ਗੱਲਾਂ ਵੀ, ਆਪਾਂ ਉਹਨਾਂ ਵੱਲ ਨਹੀਂ ਜਾਂਦੇ। ਇਸ ਤਰ੍ਹਾਂ ਜਦੋਂ ਇਹ ਇੱਕ ਤਖਤ ਬਣਾਇਆ
ਤਖਤ ਸਾਜਿਆ। ਕਿਉਂਕਿ ਜੋ ਇੱਕ ਬਖਰੇਵਾਂ ਪਾ ਦਿੱਤਾ ਗਿਆ ਕਿ ਇਹ ਤਖਤ ਕੇਵਲ ਬਾਬਾ ਬੁੱਢਾ ਜੀ ਨੇ ਬਣਾਇਆ ਸੀ, ਸਭ ਵੀ ਕਿਸੇ ਨੂੰ ਹੋਰ ਹੱਥ ਨਹੀਂ ਲਾਣ ਦਿੱਤਾ ਜਾਂਦਾ ਸੀ, ਇਹ ਸਭ ਝੂਠੀਆਂ ਗੱਲਾਂ ਨੇ। ਤੁਸੀਂ ਵੇਖੋ ਜੀ, ਜਦੋਂ ਅਸੀਂ ਇੱਕ ਸਿੰਪਲ ਜੀ ਉਦਾਹਰਨ ਲੈ ਲਓ, ਘਰ ਵਿੱਚ ਅਸੀਂ ਮਕਾਨ ਬਣਾਉਂਦੇ ਹਾਂ, ਮਕਾਨ 'ਤੇ ਲੱਗਣ ਵਾਲੀਆਂ ਇੱਟਾਂ ਕਿਹਨਾਂ ਨੇ ਬਣਾਈਆਂ ਨੇ? ਮਕਾਨ ਨੂੰ ਬਣਾ ਕੌਣ ਰਿਹਾ? ਸਾਰਿਆਂ, ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਦੋਂ ਅਕਾਲ ਤਖਤ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਸਾਰਿਆਂ ਦੀ ਸੇਵਾ ਦੇ ਨਾਲ ਬਾਬਾ ਬੁੱਢਾ ਜੀ ਵੀ ਹਾਜ਼ਰ ਨੇ, ਭਾਈ ਗੁਰਦਾਸ ਜੀ ਹਾਜ਼ਰ ਨੇ, ਹੋਰ ਸੇਵਾਦਾਰ ਜਿੰਨੇ ਹਾਜ਼ਰ ਨੇ, ਸਾਰਿਆਂ ਨਾਲ ਮਿਲ ਕੇ ਤਖਤ ਸਾਜਿਆ, ਤਖਤ ਬਣਾਇਆ। ਅਕਾਲ ਤਖਤ ਦਾ ਜਿਹੜਾ ਮੂਲ ਰੂਪ ਹੈ ਜੀ, ਲਗਭਗ 3 ਮੀਟਰ ਉੱਚਾ ਥੜਾ, ਤੇ ਬਾਕੀ ਜਿਹੜੀ ਇਮਾਰਤ ਬਾਅਦ ਵਿੱਚ ਉਸਾਰੀ ਗਈ। ਸਭ ਤੋਂ ਪਹਿਲਾਂ ਇੱਕ ਥੜਾ ਬਣਾਇਆ ਗਿਆ ਸੀ ਜੀ ਆਪਾਂ ਅਕਾਲ ਤਖਤ। ਅੱਜ ਵੀ ਦਰਬਾਰ ਸਾਹਿਬ ਜਾਂਦੇ ਹਾਂ ਜੀ, ਅਕਾਲ ਤਖਤ ਸਾਹਿਬ ਬਣਿਆ ਹੋਇਆ। ਸਭ ਤੋਂ ਪਹਿਲਾਂ ਥੜਾ ਬਣਾਇਆ ਗਿਆ। ਹੁਣ ਅਕਾਲ ਤਖਤ ਦਾ ਜਿਹੜਾ ਭਾਵ ਹੈ ਜੀ, ਉਹਦਾ ਅਰਥ ਪਤਾ ਕੀ ਹੈ? ਅਕਾਲ ਦਾ ਸਦੀਵੀ ਸਿੰਘਾਸਣ। ਅਕਾਲ ਕਿਹਨੂੰ ਕਿਹਾ ਜਾਂਦਾ ਹੈ? ਅਕਾਲ ਕਿਹਾ ਜਾਂਦਾ ਰੱਬ ਨੂੰ, ਜਿਹੜਾ ਕਾਲ ਵਿੱਚ ਨਹੀਂ, ਜਿਹਨੂੰ ਮੌਤ ਪਹੁ ਨਹੀਂ ਸਕਦੀ, ਮੌਤ ਤੋਂ ਪਰੇ ਅਕਾਲ। ਅਕਾਲ ਤਖਤ ਪੁਰਖ, ਅਕਾਲ ਤਖਤ ਹੈ ਜਿਹੜਾ, ਅਕਾਲ ਤਖਤ ਪੁਰਖੀ ਰਾਜ ਦਾ ਸੰਕਲਪ ਪੇਸ਼ ਕਰਦਾ ਹੈ। ਅਕਾਲ ਪੁਰਖ ਹੀ ਰਾਜ ਦਾ ਸੰਕਲਪ ਪੇਸ਼ ਕਰਦਾ ਅਕਾਲ ਤਖਤ। ਇਹ ਜਿਹੜਾ ਤਖਤ ਬਣਾਇਆ ਗਿਆ, ਦੈਵੀ ਤੇ ਨੈਤਿਕ ਜਿਹੜੇ ਗੁਣ ਹਨ, ਸੱਚ, ਇਨਸਾਫ, ਹਰ ਇੱਕ ਮਨੁੱਖ ਨੂੰ ਬਰਾਬਰੀ ਦਾ ਸੰਦੇਸ਼ ਦਿੰਦਾ ਹੈ, ਜਿਹੜਾ ਅਕਾਲ ਤਖਤ ਬਣਾਇਆ ਗਿਆ। ਅਕਾਲ ਤਖਤ ਦੀ ਜਿਹੜੀ ਸਾਜਨਾ ਬਾਰੇ ਆਪਾਂ ਗੱਲ ਕਰ ਰਹੇ ਹਾਂ, ਸਤਿਗੁਰੂ ਮਹਾਰਾਜ ਇਸ ਤਖਤ ਉੱਤੇ ਬਹਿ ਕੇ ਜਿਹੜੇ ਫੈਸਲੇ ਸੁਣਾਉਂਦੇ ਸੀ, ਉਹ ਸਭ ਲਈ ਇੱਕੋ ਜਿਹੇ ਹੁੰਦੇ ਸੀ। ਭਾਵੇਂ ਕੋਈ ਅਮੀਰ ਆ ਜਾਂਦਾ, ਭਾਵੇਂ ਗਰੀਬ ਆ ਜਾਂਦਾ, ਅਕਾਲ ਤਖਤ ਉੱਤੇ ਸੁਣਾਇਆ ਹੋਇਆ ਫੈਸਲਾ ਸਭ ਦੇ ਲਈ ਬਰਾਬਰ ਹੁੰਦਾ ਸੀ। ਹੁਣ ਜੇ ਤੁਸੀਂ ਦੇਖੋਗੇ, ਅੱਜ ਵੀ ਅਕਾਲ ਤਖਤ ਵੱਲੋਂ ਸੁਨੇਹਾ ਹੁੰਦਾ, ਜਥੇਦਾਰ ਸਾਹਿਬ ਆਪਾਂ ਨੂੰ ਸੁਨੇਹਾ ਭੇਜਦੇ ਨੇ, ਸੰਦੇਸ਼ ਭੇਜਦੇ ਨੇ। ਇਹ ਗੱਲ ਕਹਿ ਸਕਦੇ ਹਾਂ ਵੀ ਠੀਕ ਹੈ, ਇੱਕ ਵੱਖਰੀ ਗੱਲ ਹੈ ਵੀ ਅੱਜ ਸਾਡੇ ਤਖਤ ਉੱਤੇ ਸਿਆਸੀ ਲੋਕ ਕਾਬਜ ਹੋ ਗਏ ਨੇ। ਜੋ ਮਹਾਰਾਜ ਨੇ ਤਖਤ ਬਣਾਇਆ ਸੀ, ਅਕਾਲ ਤਖਤ ਸਾਜਿਆ ਸੀ, ਅੱਜ ਫੈਸਲੇ ਵੀ ਪੱਖਪਾਤੀ ਕੀਤੇ ਜਾਂਦੇ ਨੇ, ਪਰ ਸਾਡੇ ਉਸ ਗੁਰੂ ਦੇ ਸਿਧਾਂਤ ਵਿੱਚ ਕੋਈ ਫਰਕ ਨਹੀਂ ਹੈ। ਤਖਤ ਦੀ ਉਸਾਰੀ ਦੀ ਗੱਲ ਕਰ ਲਓ, ਤਖਤ ਉੱਤੇ ਲਏ ਗਏ ਗੁਰੂ ਸਾਹਿਬਾਨਾਂ ਵੱਲੋਂ ਫੈਸਲਿਆਂ ਦੀ ਗੱਲ ਕਰ ਲਓ, ਉਹ ਸਭ ਲਈ ਬਰਾਬਰ ਸੀ। ਪਰ ਅੱਜ ਸਿਆਸੀਕਰਨ ਹੋ ਰਿਹਾ ਹੈ, ਅੱਜ ਧਰਮ ਪਿੱਛੇ ਰਹਿ ਗਿਆ, ਰਾਜਨੀਤੀ ਅੱਗੇ ਆ ਗਈ, ਸਿਆਸੀ ਧਿਰਾਂ ਆਪੋ ਆਪਣਾ ਲਾਭ ਉਠਾ ਰਹੀਆਂ ਨੇ, ਲਾਭ ਲੈ ਰਹੀਆਂ ਨੇ। ਉਹਨਾਂ ਨੂੰ ਇੱਕੋ ਮਕਸਦ ਹੈ ਵੀ ਵੋਟ ਦਾ ਮਕਸਦ ਹੈ ਜੀ, ਸਾਨੂੰ ਵੋਟ ਪਵੇ, ਸਾਨੂੰ ਲੋਕ ਵੋਟ ਪਾਉਣ। ਅੱਜ ਤੱਕ ਤੁਸੀਂ ਵੇਖੋਗੇ ਨਾ, ਪੰਥ ਕਹਿ ਕੇ ਕਿੰਨੀਆਂ ਅਸੀਂ ਵੋਟਾਂ ਪਾਈਆਂ। ਅੱਜ ਦੀ ਆਪਾਂ ਸੰਕਲਪ ਦੀ ਗੱਲ ਕਰੋ, ਅੱਜ ਦੇ ਸੰਦਰਭ ਦੀ ਗੱਲ ਕਰੋ ਵੀ ਅੱਜ ਸਾਡੇ ਤਖਤ ਉੱਤੋਂ ਲਏ ਜਾ ਰਹੇ ਜਿਹੜੇ ਫੈਸਲੇ ਨੇ ਕਿ ਉਹ ਸਹੀ ਨੇ। ਵਿਚਾਰ ਤਾਂ ਅਸੀਂ ਕਰਨੀ ਆ ਨਾ। ਤਖਤ ਦੀ ਉਸਾਰੀ ਬਾਰੇ ਆਪਾਂ ਗੱਲ ਕਰ ਰਹੇ ਹਾਂ। ਤਖਤ ਉੱਤੇ ਸਤਿਗੁਰੂ ਮਹਾਰਾਜ ਬਹਿੰਦੇ ਸੀ, ਫੈਸਲੇ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ ਸੀ। ਅੱਜ ਫੈਸਲੇ ਕਿੱਥੋਂ ਆ ਰਹੇ ਨੇ? ਸਿਆਸੀ ਲੋਕਾਂ ਕੋਲੋਂ। ਤਖਤ ਤੋਂ ਤਾਂ ਸੁਣਾਏ ਜਾਂਦੇ ਨੇ, ਫੈਸਲੇ ਤਾਂ ਸਿਆਸੀ ਲੋਕ ਕਰਦੇ ਨੇ, ਤੁਸੀਂ ਜਾਣਦੇ ਹੋ ਸਾਰੇ। ਸੋ ਆਪਾਂ ਅੱਗੇ ਜਿਹੜੀ ਵਿਚਾਰ ਕਰ ਰਹੇ ਸੀ, ਇਸ ਦੇ ਮੁਕਾਬਲੇ ਵਿੱਚ ਦਿੱਲੀ ਦਾ ਜਿਹੜਾ ਤਖਤ ਸੀ, ਦਿੱਲੀ ਦਾ ਇੱਕ ਤਖਤ, ਦਿੱਲੀ ਦੇ ਤਖਤ ਉੱਤੇ ਰਾਜਨੀਤਿਕ ਲੋਕ ਬਹਿੰਦੇ ਸੀ, ਮੁਗਲਾਂ ਦੇ ਜਿਹੜੇ ਬਾਦਸ਼ਾਹ ਬਹਿੰਦੇ ਸੀ। ਪਰ ਇੱਧਰ ਮਹਾਰਾਜ ਨੇ ਅਕਾਲ ਤਖਤ ਸਾਜ ਕੇ ਸਿੱਖਾਂ ਅੰਦਰ ਇੱਕ ਐਸੀ ਸਪਿਰਿਟ ਭਰ ਦਿੱਤੀ। ਨੌਜਵਾਨ ਇੱਥੇ ਸਤਿਗੁਰੂ ਮਹਾਰਾਜ ਦੇ ਵਚਨਾਂ ਨੂੰ ਸੁਣਨ ਵਾਸਤੇ ਹਾਜ਼ਰ ਹੁੰਦੇ ਨੇ। ਭਾਈ ਨੱਥਾ ਤੇ ਅਬਦੁੱਲਾ ਜੀ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ।
ਸੱਚਾ ਤਖਤ ਸੁਹਾਇਓ ਸ੍ਰੀ ਗੁਰ ਪਾਏ ਕੈ। ਸ਼ਬ ਬਰਣੀ ਨ ਜਾਏ ਕਹੋ ਕਿਆ ਗਾਏ ਕੈ। ਰੱਬ ਸਸ ਭਏ ਮਲੀਨ ਸੋ ਦਰਸ ਦਿਖਾਏ ਕੈ। ਸ੍ਰੀ ਗੁਰੂ ਤਖਤ ਬਿਰਾਜੇ ਪ੍ਰਭੂ ਧਿਆਏ ਕੈ। ਕੌਣ ਤਖਤ ਉੱਤੇ ਵਿਰਾਜੇ? ਛੇਵੇਂ ਪਾਤਸ਼ਾਹ ਜੀ। ਮੀਰ ਅਬਦੁੱਲਾ ਔ ਨੱਥਾ ਜਸ ਕਹਿ ਬਣਾਏ ਕੈ। ਨੱਥਾ ਤੇ ਅਬਦੁੱਲਾ ਦੋ ਢਾਡੀ ਹੋਏ ਨੇ ਜੀ। ਇਹਨਾਂ ਨੇ ਜ਼ਿਕਰ ਕੀਤਾ ਮਹਾਰਾਜ ਨੇ ਤਲਵਾਰਾਂ ਵੀ ਧਾਰਨ ਕੀਤੀਆਂ, ਤਖਤ ਉੱਤੇ ਬਹਿੰਦੇ ਨੇ। ਇੱਥੇ ਲਿਖਿਆ ਵੀ ਜੀ, ਤੁਸੀਂ ਇਹ ਵਚਨ ਬਹੁਤ ਵਾਰ ਸੁਣੇ ਹੋਣੇ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਵਖੀਰ ਦੀ। ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਜੀ। ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਢਾਡੀਆਂ ਨੇ 12 ਦੇ ਵਿੱਚ ਵੀ ਗਾਇਆ। ਸ਼੍ਰੀ ਅਕਾਲ ਤਖਤ ਵਿਖੇ ਸੱਜਣ ਵਾਲੇ ਜਿਹੜੇ ਦੀਵਾਨ ਸੀ, ਉਸ ਦਰਬਾਰ ਦੇ ਵਿੱਚ ਜੋ ਸੁਨੇਹਾ, ਜੋ ਤਖਤ ਤੋਂ ਸੁਨੇਹਾ ਦਿੱਤਾ ਜਾਂਦਾ ਸੀ, ਨੌਜਵਾਨ ਆਪਣੀਆਂ ਜਵਾਨੀਆਂ ਭੇਟ ਕਰਨ ਵਾਸਤੇ ਤੁਰਦੇ ਸੀ। ਲੰਮੀ ਤਾਦਾਦ ਅੰਦਰ ਗੁਰੂ ਕੀ ਫੌਜ ਅੰਦਰ ਭਰਤੀ ਹੁੰਦੇ ਸੀ। ਇੱਥੇ ਗਿਆਨੀ ਗਿਆਨ ਸਿੰਘ ਨੇ ਵੀ ਇੱਥੇ ਲਿਖਿਆ ਜੀ। ਗਿਆਨੀ ਗਿਆਨ ਸਿੰਘ ਵੀ ਆਪਣੇ ਗ੍ਰੰਥ ਵਿੱਚ ਇਹ ਹਵਾਲਾ ਦਿੰਦੇ ਨੇ। ਸਜ ਸ਼ਾਸਤਰ ਵਸਤਰ ਸਭਾ ਮਹਿ, ਸਭਾ ਮਹਿ ਨਿਤ ਬੈਠਤ ਤਖਤ ਅਕਾਲ ਬਾਹੇ। ਸਭ ਸੰਗਤ ਦਰਸ਼ਨ ਕਰੇ ਆਏ, ਦੇ ਭੇਟਾ ਫਲ ਮਨ ਇੱਛੇ ਪਾਏ। ਕਰ ਕਮਰ ਕਸੇ ਸਭ ਸਿੱਖ ਜਵਾਨ, ਬੈਠਤ ਗੁਰ ਗਿਰਦੈ ਭਰ ਦੀਵਾਨ। ਮਿਲ ਢਾਡੀ 12 ਪੜ੍ਹੇ ਆਏ, ਸੁਨ ਸੰਗਤ ਸਭ ਮਨ ਮੋਦਕ ਪਾਏ। ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ, ਜਦੋਂ ਮਹਾਰਾਜ ਤਖਤ ਉੱਤੇ ਬਹਿੰਦੇ ਸੀ, ਨੱਥਾ ਤੇ ਅਬਦੁੱਲਾ ਵਰਗੇ ਢਾਡੀ 12 ਗਾਉਂਦੇ ਸੀ। ਗੁਰੂ ਕੇ ਵੀਰ ਰਸ ਦੀਆਂ 12 ਗਾਈਆਂ ਜਾਂਦੀਆਂ ਸੀ। ਜਵਾਨਾਂ ਅੰਦਰ ਐਸੀ ਸਪਰਿਟ ਭਰੀ ਜਾਂਦੀ ਸੀ, ਕੌਮ ਦੇ ਲਈ, ਇਨਸਾਨੀਅਤ ਲਈ ਪਿਆਰ ਜਗਾਇਆ ਜਾਂਦਾ ਸੀ, ਕੌਮ ਦੀ ਰਾਖੀ ਕਰਨੀ ਸਿਖਾਈ ਜਾਂਦੀ ਸੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਤਖਤ ਉੱਤੇ ਬਹਿ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਨੇ। ਤਖਤ ਉੱਤੇ ਬਹਿ ਕੇ ਜ਼ੁਲਮ ਦਾ ਨਾਸ਼ ਕਰਨ ਵਾਲੀ ਗੱਲ ਕਰਦੇ ਨੇ। ਜ਼ੁਲਮ ਸੀ ਜਿਹੜਾ ਲੋਕਾਂ ਵਿੱਚੋਂ ਕੱਢਣ ਦੀ ਗੱਲ ਕਰਦੇ ਨੇ, ਲੋਕਾਂ ਨੂੰ ਜ਼ੁਲਮ ਤੋਂ ਬਚਾਉਣ ਦੀ ਗੱਲ ਮਹਾਰਾਜ ਕਰਦੇ ਨੇ। ਇਸ ਤਰ੍ਹਾਂ ਅੱਜ ਆਪਾਂ ਸੰਖੇਪ ਜਿਹੜੀ ਵਿਚਾਰ ਕੀਤੀ ਹੈ ਜੀ ਅਕਾਲ ਤਖਤ ਦੀ ਸਾਜਨਾ ਬਾਰੇ। ਦੁਬਾਰਾ ਫਿਰ ਮੈਂ ਬੇਨਤੀ ਕਰਾਂਗਾ, ਅੱਜ ਸਾਨੂੰ ਪਛਾਣਨ ਦੀ ਲੋੜ ਹੈ ਵੀ ਜੋ ਸਾਡਾ ਤਖਤ ਹੈ, ਅਕਾਲ ਤਖਤ ਸਾਡੇ ਗੁਰੂਆਂ ਨੇ ਬਣਾਇਆ, ਸਾਜਿਆ, ਅੱਜ ਉਸ ਤਖਤ ਉੱਤੇ ਕਿਹੜੇ ਲੋਕ ਬੈਠੇ ਨੇ। ਭਾਵੇਂ ਮੂਲ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰ ਲਓ, ਸਿੱਖ ਰਹਿਤ ਮਰਿਆਦਾ ਦੀ ਗੱਲ ਕਰ ਲਓ, ਬੜੀਆਂ ਗੱਲਾਂ ਨੇ ਜੀ ਜੋ ਜਿੱਥੋਂ ਲਾਗੂ ਕੀਤੀਆਂ ਗਈਆਂ ਉਹ ਗੱਲਾਂ, ਅੱਜ ਉਹ ਗੱਲਾਂ ਨੂੰ ਵਿਸਾਰ ਕੇ ਅਸੀਂ ਬੈਠੇ ਹਾਂ। ਸਿਆਸੀ ਲੋਕਾਂ ਦੀ ਲਪੇਟ ਵਿੱਚ ਸਾਡਾ ਤਖਤ ਆ ਗਿਆ। ਬਚਾਉਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਤਖਤ ਉੱਤੇ ਵੱਡੀ ਵਾਰ ਟੈਂਕ ਤੋਪਾਂ ਨਾਲ ਹਮਲੇ ਵੀ ਕੀਤੇ ਗਏ, ਸਿੱਖੀ ਦਾ ਘਾਣ ਵੀ ਕੀਤਾ ਗਿਆ, ਬਹੁਤ ਲੋਕ ਕਰਦੇ ਰਹੇ ਨੇ, ਪਰ ਇਹ ਸਿੱਖੀ ਦਾ ਬੂਟਾ ਦੁੱਗਣਾ ਚੌਗਣਾ ਵਧਿਆ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਮਝਣ ਦੀ ਲੋੜ ਹੈ। ਇੰਨੀ ਬੇਨਤੀ ਕਰੋ, ਪ੍ਰਵਾਨ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ